ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ। ਪੰਜਾਬ ਇਸ ਵੇਲੇ ਵੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗਗਨਦੀਪ ਸਿੰਘ ਲੈ ਕੇ ਹਾਜ਼ਰ ਹਾਂ ਪੰਜਾਬ ਇਸ ਵੇਲੇ ਦੇ ਵਿੱਚ ਪੰਜਾਬ ਦੀਆਂ ਤਾਜ਼ਾ ਖਬਰਾਂ। ਸਭ ਤੋਂ ਪਹਿਲਾਂ ਸਿੱਧਾ ਰੁਖ ਕਰਾਂਗੇ ਪੰਜਾਬ ਦੇ ਵਿੱਚ ਬੇਅਦਬੀ ਮਾਮਲਿਆਂ ਦੇ ਵਿੱਚ ਬਣੀ SIT ਦੇ ਮੁਖੀ ਕੁੰਵਰ ਵਿਜੇ ਪ੍ਰਤਾਪ ਦੇ ਅਸਤੀਫੇ ਦੇ ਉੱਤੇ ਹੋ ਰਹੀ ਸਿਆਸਤ ਦੇ ਵੱਲ ਰੁਖ ਕਰਾਂਗੇ। ਇਸ ਦੇ ਵਿੱਚ ਜਿੱਥੇ ਸਿਆਸੀ ਲੋਕਾਂ ਦੇ ਬਿਆਨ ਨੇ, ਉੱਥੇ ਹੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਵੀ ਬਿਆਨ ਹੈ। ਇਸ ਦੇ ਵਿੱਚ ਲਗਾਤਾਰ ਸਿਆਸੀ ਲੋਕਾਂ ਦੀ ਐਂਟਰੀ ਇਸ ਕਦਰ ਹੋ ਰਹੀ ਹੈ ਕਿ ਹਰ ਕੋਈ ਕੁੰਵਰ ਵਿਜੇ ਪ੍ਰਤਾਪ ਦਾ ਸਾਥ ਦੇਣ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ ਤੇ ਆਪੋ ਆਪਣੇ ਬਿਆਨ ਦਾਗੇ ਜਾ ਰਹੇ ਨੇ ਸਿਆਸੀ ਧਿਰਾਂ ਦੇ ਵੱਲੋਂ। ਇਸ ਦੇ ਵਿੱਚ IC ਕੁੰਵਰ ਵਿਜੇ ਪ੍ਰਤਾਪ ਦੇ ਵੱਲੋਂ ਵੀ ਬੀਤੇ ਦਿਨੀ ਗਵਰਨਰ ਦੇ ਨਾਲ ਮੀਟਿੰਗ ਕੀਤੀ ਗਈ ਹੈ, ਜਿਸ ਤੋਂ ਬਾਅਦ ਸੂਤਰਾਂ ਦੇ ਹਵਾਲੇ ਨਾਲ ਖਬਰ ਹੈ ਕਿ IC ਕੁੰਵਰ ਵਿਜੇ ਪ੍ਰਤਾਪ ਦਾ ਅਸਤੀਫਾ ਪੰਜਾਬ ਸਰਕਾਰ ਦੇ ਵੱਲੋਂ ਮਨਜ਼ੂਰ ਕਰ ਲਿਆ ਗਿਆ, ਜਿਸ ਤੋਂ ਬਾਅਦ ਇਸ ਅਸਤੀਫੇ ਨੂੰ ਹੁਣ ਹੋਮ ਮਿਨਿਸਟਰੀ ਦੇ ਕੋਲ ਭਾਵ ਕਿ ਕੇਂਦਰ ਦੀ ਹੋਮ ਮਿਨਿਸਟਰੀ ਦੇ ਕੋਲ ਭੇਜ ਦਿੱਤਾ ਗਿਆ ਹੈ, ਜਿੱਥੋਂ ਕਿ ਹੁਣ ਇਸ ਦੀ ਮਨਜ਼ੂਰੀ ਲਿੱਤੀ ਜਾਣੀ ਹੈ ਤੇ ਉਸ ਤੋਂ ਬਾਅਦ ਸੇਵਾ ਮੁਕਤ ਹੋ ਜਾਣਗੇ IC ਕੁੰਵਰ ਵਿਜੇ ਪ੍ਰਤਾਪ। ਸੂਤਰਾਂ ਦੇ ਹਵਾਲੇ ਦੇ ਨਾਲ ਖਬਰ ਹੈ ਕਿ ਇਹ ਕਾਰਵਾਈ ਹੋ ਸਕਦੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ। ਤੇ ਨਾਲ ਹੀ IC ਕੁੰਵਰ ਵਿਜੇ ਪ੍ਰਤਾਪ ਜਦੋਂ ਬੀਤੇ ਦਿਨੀ ਗੱਲਬਾਤ ਮੀਡੀਆ ਦੇ ਨਾਲ ਕਰਦੇ ਨੇ ਤਾਂ ਉਸ ਵਕਤ ਉਹ ਇੱਕ ਪਾਸੇ ਜਿੱਥੇ ਮੀਡੀਆ ਤੋਂ ਨਾਰਾਜ਼ਗੀ ਜਤਾ ਦਿੰਦੇ ਨੇ, ਉੱਥੇ ਦੂਜੇ ਪਾਸੇ ਸਿਆਸਤਦਾਨਾਂ ਦੇ ਵੱਲੋਂ ਉੱਠ ਰਹੇ ਸਵਾਲਾਂ ਦੇ ਉੱਤੇ ਵੀ ਫੁੱਲ ਸਟਾਪ ਲਾ ਦਿੰਦੇ ਨੇ। ਲਗਾਤਾਰ ਸਿਆਸੀ ਧਿਰਾਂ ਦੇ ਵੱਲੋਂ ਬਿਆਨ ਆ ਰਹੇ ਸੀ ਕਿ IC ਕੁੰਵਰ ਵਿਜੇ ਪ੍ਰਤਾਪ ਦੀ ਰਿਪੋਰਟ ਨੂੰ ਜਨਤਕ ਕੀਤਾ ਜਾਵੇ ਤੇ ਉਸ ਜਨਤਕ ਹੋਈ ਰਿਪੋਰਟ ਤੋਂ ਬਾਅਦ ਵੱਡੇ ਖੁਲਾਸੇ ਹੋ ਸਕਦੇ ਨੇ। IC ਕੁੰਵਰ ਵਿਜੇ ਪ੍ਰਤਾਪ ਨੇ ਇਸ ਦੇ ਉੱਤੇ ਕਹਿ ਦਿੱਤਾ ਹੈ ਕਿ ਉਹ ਲੋਕ ਜੋ ਇਸ ਰਿਪੋਰਟ ਨੂੰ ਜਨਤਕ ਕਰਨ ਦੀ ਮੰਗ ਕਰ ਰਹੇ ਨੇ, ਉਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਜਦੋਂ ਕੋਈ ਰਿਪੋਰਟ ਕੋਰਟ ਦੇ ਵਿੱਚ ਪੇਸ਼ ਹੋ ਜਾਂਦੀ ਹੈ ਤਾਂ ਉਹ ਆਪਣੇ ਆਪ ਪਬਲਿਕ ਡਾਕੂਮੈਂਟ ਬਣ ਜਾਂਦੀ ਹੈ, ਭਾਵ ਕਿ ਜਦੋਂ ਵੀ ਕੋਈ ਕਾਗਜ਼ਾਤ ਕੋਰਟ ਦੇ ਵਿੱਚ ਪੇਸ਼ ਹੋ ਜਾਂਦੇ ਨੇ ਤਾਂ ਉਹ ਜਨਤਕ ਹੀ ਹੋ ਜਾਂਦੇ ਨੇ। ਇਸ ਕਰਕੇ ਉਹਨਾਂ ਨੇ ਸਾਰੀਆਂ ਸਿਆਸੀ ਤਰ੍ਹਾਂ ਦੀਆਂ ਮੰਗਾਂ ਦੇ ਉੱਤੇ ਜ਼ਰੂਰ ਫੁੱਲ ਸਟਾਪ ਲਾ ਦਿੱਤਾ। ਇਸ ਦੇ ਉੱਤੇ ਸਭ ਤੋਂ ਪਹਿਲਾਂ ਕੁੰਵਰ ਵਿਜੇ ਪ੍ਰਤਾਪ ਦੀ ਗੱਲ ਸੁਣਦੇ ਹਾਂ, ਉਸ ਤੋਂ ਬਾਅਦ ਇੱਕ ਇੱਕ ਕਰਕੇ ਸਿਆਸੀ ਐਂਟਰੀਆਂ ਦੇ ਵੱਲ ਵਧਦੇ ਹਾਂ। अगर आपको थोड़ा भी आइडिया होगा तो वो रिपोर्ट ऑलरेडी पब्लिक है, क्योंकि चालान के रूप में जो अदालत में दिया जाता है ना, वो पब्लिक डॉक्यूमेंट होता है, वो ऑलरेडी पब्लिक है। जो लोग ये कह रहे हैं ना कि उसको पब्लिक किया जाए, उनको नॉलेज नहीं है, वो तो ऑलरेडी पब्लिक है। आज जो मैं आया हूँ, हर महीने में आता हूँ और प्राइवेट कैपेसिटी में आया हूँ, और मुझे अच्छा लगेगा कि अगर आप अगले महीने आऊँगा तो भी आप लोग आएंगे, लेकिन मुझे भरोसा है कि आप लोग नहीं आएंगे। मैं हर महीने, मेरी बात तो सुनिए, मैं हर महीने मान जो गवर्नर साहब को मिलने आता हूँ, और एक अफसर के रूप में नहीं आता हूँ, अपने मतलब प्राइवेट कैपेसिटी में आता हूँ। आज आप लोग जो आए हैं तो जाहिर है क्यों आए हैं, कैसे आए हैं, लेकिन मुझे अच्छा नहीं लगा कि आप लोग यहाँ पोस्ट पाई है। तुसी मेरे दफ्तर ਦੇ ਵਿੱਚ ਆ ਜਾਣਾ, ਮੇਰੀ ਗੱਲ ਸੁਣੋ, जो पोस्ट पाई है ना वो उसके वास्ते जगह है, मेरे दफ्तर आके तुसी पूछ सकते हो, ये जगह नहीं है। मेरी बात सुनो, मैं स्पष्ट करना चाहूँगा क्योंकि मेरे को ਤੁਹਾਡੇ ਸਾਰਿਆਂ ਦੇ ਮੈਸੇਜ ਆਏ ਨੇ। ਮੈਸੇਜ ਉਹ ਆਏ ਨੇ, ਤੁਸੀਂ ਖਾਸ ਕਰਕੇ ਪਿਛਲੇ 3-4 ਦਿਨਾਂ ਦੇ ਵਿੱਚ ਕਈ ਵਾਰ ਮੇਰੀ ਮੁਲਾਕਾਤ ਮਾਨਯੋਗ ਚੀਫ ਮਿਨਿਸਟਰ ਸਾਹਿਬ ਦੇ ਨਾਲ ਹੋਈ। ਉਹਨਾਂ ਨੇ ਮੈਨੂੰ ਕਨਵਿੰਸ ਕਰਨ ਦੀ ਕਾਫੀ ਕੋਸ਼ਿਸ਼ ਕੀਤੀ। ਤੁਸੀਂ ਕਹਿ ਸਕਦੇ ਹੋ ਉਹਨਾਂ ਨੇ ਮਨਾਉਣ ਦੀ ਕੋਸ਼ਿਸ਼ ਕੀਤੀ, ਲੇਕਿਨ ਮੈਂ ਉਹਨਾਂ ਨੂੰ ਮਨਾ ਲਿਆ। ਮੈਂ ਮਾਨਯੋਗ CM ਸਾਹਿਬ ਨੂੰ ਮਨਾਉਣ ਦੇ ਵਿੱਚ ਕਾਮਯਾਬ ਹੋ ਗਿਆ ਤੇ ਉਹ ਐਗਰੀ ਕਰ ਗਏ, ਠੀਕ ਹੈ ਕਿ ਨਹੀਂ। ਤੇ ਇਸ ਕਰਕੇ ਮੈਂ ਇੱਕ ਲਾਈਨ ਹੀ ਬੋਲਾਂਗਾ, ਲੇਕਿਨ ਮੈਂ ਇਹ ਜ਼ਰੂਰ ਭਰੋਸਾ ਦਿੱਤਾ, ਇਹ ਆਸ਼ਵਾਸਨ ਦਿੱਤਾ, ਐਸ਼ੋਰੈਂਸ ਦਿੱਤਾ ਕਿ ਇਸ ਕੇਸ ਨੂੰ ਬਚਾਉਣ ਦੇ ਵਿੱਚ ਸਰਕਾਰ ਵੱਲੋਂ ਜੇਕਰ ਕੋਈ ਵੀ ਸਾਰਥਕ ਕਦਮ ਉਠਾਇਆ ਜਾਂਦਾ ਹੈ ਤਾਂ ਮੈਂ ਨੌਕਰੀ ਤੋਂ ਬਾਹਰ ਰਹਿੰਦੇ ਹੋਏ ਵੀ ਮੈਂ ਪੂਰੀ ਮਦਦ ਕਰਾਂਗਾ, ਪੂਰਾ ਸਪੋਰਟ ਕਰਾਂਗਾ। ਉਧਰ ਇਸ ਮਾਮਲੇ ਦੇ ਵਿੱਚ ਸਿਆਸਤ ਦੀ ਐਂਟਰੀ ਵੀ ਕੁਝ ਇਸ ਕਦਰ ਹੋਈ ਹੈ, ਕਿਉਂਕਿ ਹੁਣ ਇਸ ਮਾਮਲੇ ਦੇ ਵਿੱਚ ਨਵਜੋਤ ਸਿੰਘ ਸਿੱਧੂ ਦੀ ਪ੍ਰੈਸ ਕਾਨਫਰੰਸ ਹੁੰਦੀ ਹੈ। ਨਵਜੋਤ ਸਿੰਘ ਸਿੱਧੂ ਪ੍ਰੈਸ ਕਾਨਫਰੰਸ ਦੇ ਵਿੱਚ ਆਖ ਦਿੰਦੇ ਨੇ ਕਿ ਜਦੋਂ ਰਿਪੋਰਟ ਹੱਥ ਲੱਗਦੀ ਹੈ ਤਾਂ ਵੱਡੇ ਖੁਲਾਸੇ ਕਰਾਂਗੇ ਤੇ ਇਹਨਾਂ ਖੁਲਾਸਿਆਂ ਦੇ ਵਿੱਚ ਫਿਰ ਸਿੱਧੇ ਤੌਰ ਦੇ ਉੱਤੇ ਹਰ ਇੱਕ ਦਾ ਨਾਮ ਵੀ ਸਾਡੇ ਵੱਲੋਂ ਲਿਆ ਜਾਣਾ ਹੈ। ਇਹ ਨਵਜੋਤ ਸਿੰਘ ਸਿੱਧੂ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਆਖ ਜਾਂਦੇ ਨੇ ਤੇ ਨਾਲ ਹੀ ਨਵਜੋਤ ਸਿੰਘ ਸਿੱਧੂ STF ਦੇ ਉੱਤੇ ਵੀ ਬੋਲਦੇ ਨੇ। ਇੱਕ ਸਪੈਸ਼ਲ ਟੀਮ ਨਸ਼ਿਆਂ ਦੇ ਖਾਤਮੇ ਦੇ ਲਈ ਬਣਾਈ ਗਈ ਸੀ, ਉਸ ਦੇ ਉੱਤੇ ਵੀ ਨਵਜੋਤ ਸਿੰਘ ਸਿੱਧੂ ਬੋਲਦੇ ਨੇ। ਖਾਸ ਕਰਕੇ ਨਵਜੋਤ ਸਿੰਘ ਸਿੱਧੂ ਦੇ ਨਿਸ਼ਾਨੇ ਦੇ ਉੱਤੇ ਪੰਜਾਬ ਸਰਕਾਰ ਰਹੀ ਹੈ। ਪੰਜਾਬ ਸਰਕਾਰ ਦੇ ਸਮੇਤ ਉਹਨਾਂ ਕੇਂਦਰ ਸਰਕਾਰ ਅਤੇ ਪੰਜਾਬ ਦੀ ਪੁਰਾਣੀ ਸਰਕਾਰ ਦੇ ਉੱਤੇ ਵੀ ਨਿਸ਼ਾਨਾ ਸਾਧਿਆ ਕਿ ਕੁਝ ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ, ਖਾਸ ਤੌਰ ਦੇ ਉੱਤੇ IC ਕੁੰਵਰ ਵਿਜੇ ਪ੍ਰਤਾਪ ਦੇ ਮਾਮਲੇ ਤੇ ਉਹ ਸੁਣਦੇ। ਜਦ ਤੱਕ ਐਂਡ ਤੱਕ ਪਹੁੰਚੀ ਨਹੀਂ ਗੱਲ, ਤਦ ਤੱਕ ਮੈਂ ਬੋਲਿਆ ਨਹੀਂ ਤੇ ਮੈਂ ਮਕਸਦ ਨਾਲ ਗਿਆ ਸੀ ਉੱਥੇ गुरुद्वारा गुरजवार सिंह साहब वो कड़ी का पहला हिस्सा
ਅੱਜ ਦੂਜਾ ਰੋਂਦਾ ਚਲਿਆ ਜਾਵੇ। और मैं कह के पहली लाइन बोली सी, मैं सारी साजिश बेनकाब कर दूं। भाई जी सारिਆਂ ਤੋਂ ਵੱਡਾ ਸਵਾਲ ਪੰਜਾਬ ਦੇ ਸਾਹਮਣੇ ਕੀ ਹੈ ਕਿ ਉਹ ਡਿਸੀਜਨ ਮੇਕਰ ਦਾ ਨਾਮ ਕਿੱਥੇ ਹੈ, ਉਹਦਾ ਨਾਮ ਕਿਉਂ ਨਹੀਂ? ਕਿਉਂਕਿ ਜਦੋਂ ਤੁਸੀਂ ਅਣਪਛਾਤਿਆਂ ਦੇ ਉੱਤੇ FIR ਦਿੰਦੇ ਹੋ, ਕਿਸੇ ਵੀ ਕਾਨੂੰਨਕਾਰ ਨੂੰ ਪੁੱਛ ਲਓ, ਮੇਰੇ ਫਾਦਰ ਤੇ ਐਡਵੋਕੇਟ ਜਨਰਲ ਰਹੇ, ਸਰਦਾਰ ਦਰਬਾਰਾ ਸਿੰਘ ਦੀ ਮਿਨਿਸਟਰੀ 'ਚ ਐਡਵੋਕੇਟ ਜਨਰਲ ਸੀ ਉਹ। ਕਿਸੇ ਕਾਨੂੰਨਕਾਰ ਨੂੰ ਪੁੱਛ ਲਓ ਕਿ ਜਦੋਂ ਤੁਸੀਂ ਮੁਜਰਮ ਨੂੰ ਪ੍ਰੋਟੈਕਸ਼ਨ ਦੇਣੀ ਹੁੰਦੀ ਹੈ, ਜਦੋਂ ਉਹਦੇ ਤੇ ਸੁਰੱਖਿਆ ਕਵਚ ਪਾਉਣਾ ਹੁੰਦਾ ਤੇ ਤੁਸੀਂ ਉਹਦਾ ਨਾਮ ਨਹੀਂ ਦਿੰਦੇ FIR 'ਚ, ਅਣਪਛਾਤਿਆਂ ਦੇ ਪਾ ਦਿੰਦੇ। ਦੇ ਕਾਰਨ ਉਹਦੇ ਕਾਰਨ ਇਹ ਨੇ, ਸਾਰਾ ਪੰਜਾਬ ਸੁਣੇ, ਮਾਮਲਾ ਮੇਰੇ ਗੁਰੂ ਦਾ ਹੈ ਔਰ ਮੇਰੇ ਵਰਗੇ ਖਰਬਾਂ ਦਾ, ਕੋਈ ਨਫੇ ਨੁਕਸਾਨ ਨਹੀਂ ਇੱਥੇ। ਜਦੋਂ ਤੁਸੀਂ ਅਣਪਛਾਤਿਆਂ ਦੇ ਦਿਨੋਂ ਅਰੈਸਟ ਨਹੀਂ ਕਰੀ ਤੇ ਜਦੋਂ ਤੁਸੀਂ ਕੋਕ ਕਰਕੇ ਪ੍ਰਾਈਮ ਫੇਸ਼ੀ ਐਵੀਡੈਂਸ ਲੈ ਕੇ ਤੁਸੀਂ FIR ਤੇ ਨਾਮ ਪਾਉਂਦੇ ਹੋ, ਤੇ ਫਿਰ ਜਦੋਂ ਕਾਗਨਿਜ਼ੇਬਲ ਅਫੈਂਸ ਬਣਦਾ ਜੀ 7 ਸਾਲ ਤੋਂ ਉੱਤੇ ਦੀ ਕੈਦ ਹੈ, ਅਰੈਸਟ ਪੈਂਦੀ ਹੈ, ਠਾਹ ਕਰਦੀ, ਕਾਰਵਾਈ ਅੰਜਾਮ ਤੱਕ ਪਹੁੰਚਦੀ ਹੈ। ਇੱਥੇ ਸਾਰੀ ਤੁਹਾਡੀ ਦੇਖੋ ਕਾਨੂੰਨ ਚੱਲਦਾ ਹੈ ਇੰਟੈਂਸ਼ਨ ਤੇ, ਕਾਨੂੰਨ ਚੱਲਦਾ ਮੋਟਿਵ ਤੇ। ਇਹ ਕੀ ਇੰਟੈਂਟ ਸੀ ਭਾਈ? ਮੈਂ ਵਕੀਲਾਂ ਤੇ ਵੀ ਆਉਂ, ਇਹ ਕੀ ਇੰਟੈਂਟ ਸੀ ਕਿ ਤੁਸੀਂ ਕੇਸ ਦੀ ਬੁਨਿਆਦ ਧਰੀ ਹੋਈ ਨਹੀਂ? ਜਾਓ ਕਿਸੇ ਵਕੀਲ ਨੂੰ ਪੁੱਛ ਲਓ ਵੀ ਕਿਸੇ ਕੇਸ ਦੀ ਬੁਨਿਆਦ ਕੀ ਹੁੰਦੀ ਹੈ, ਉਹ ਕਹੇਗਾ ਕਿ ਬੁਨਿਆਦ ਫਸਟ ਇਨਫੋਰਮੇਸ਼ਨ ਰਿਪੋਰਟ ਹੈ, FIR। ਤੁਸੀਂ ਬੁਨਿਆਦ ਹੀ ਨਹੀਂ ਰੱਖੀ, ਤੁਸੀਂ ਹਵਾ 'ਚ ਰੱਖਿਆ ਸਭ ਕੁਝ। ਉਧਰ ਇਸ ਮਾਮਲੇ ਦੇ ਵਿੱਚ ਭਾਜਪਾ ਦਾ ਵੀ ਪ੍ਰਤੀਕਰਮ ਹੈ। ਭਾਜਪਾ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਇਹ ਰਿਪੋਰਟ ਬਣੀ, ਲਗਾਤਾਰ ਇਸ ਦੇ ਉੱਤੇ ਚਰਚਾਵਾਂ ਹੁੰਦੀਆਂ ਰਹੀਆਂ, ਪਰ ਇਸ ਰਿਪੋਰਟ ਨੂੰ ਪੇਸ਼ ਨਹੀਂ ਹੋਣ ਦਿੱਤਾ ਗਿਆ। ਇਸ ਦੇ ਵਿੱਚ ਪੰਜਾਬ ਦੇ ਐਡਵੋਕੇਟ ਜਨਰਲ ਅਤੁਲ ਨੰਦਾ ਦੇ ਉੱਤੇ ਉਹਨਾਂ ਨੇ ਸਾਰੇ ਇਲਜ਼ਾਮ ਢੇਰੀ ਕਰ ਦਿੱਤੇ ਨੇ। ਉਹਨਾਂ ਦਾ ਕਹਿਣਾ ਕਿ ਅਜਿਹਾ ਕੇਸ ਵੱਡਾ ਕੇਸ ਹੋਵੇ ਪਰ ਕੋਰਟ ਦੇ ਵਿੱਚ ਐਡਵੋਕੇਟ ਜਨਰਲ ਪੇਸ਼ ਨਾ ਹੋਣੇ ਕਿਤੇ ਨਾ ਕਿਤੇ ਕਾਰਗੁਜ਼ਾਰੀ ਦੇ ਉੱਤੇ ਸਵਾਲੀਆ ਨਿਸ਼ਾਨ ਹੈ। ਸਿੱਟ ਬਣਨ ਤੋਂ ਲੈ ਕੇ ਰਿਪੋਰਟ ਆਉਣ ਤੱਕ ਔਰ ਰਿਪੋਰਟ ਦੇ ਨਾਲ ਜਿਹੜੇ ਅਫਸਰਾਂ ਨੇ ਕੰਮ ਕੀਤਾ ਉਹਨਾਂ ਤੱਕ ਹਰ ਇੱਕ ਨੇ ਪ੍ਰਸ਼ਨ ਉਠਾਇਆ ਔਰ ਖੁਦ ਦੇਸ਼ ਦੇ ਨਿਆਇਲੇ ਨੇ, ਨਿਆਇ ਵਿਵਸਥਾ ਨੇ टिप्पणी की है। इस पीछे दाल में कुछ तो काला है, ये इस्तीफा बहाना है कि कहीं और जाना है। देखो जिस प्रदेश दे एडवोकेट जनरल पेश नहीं हुए, करोड़ा रुपए फीसा दे दिया और इन नलैकी नूं बचाण वास्ते किस तरह खेला खेलिया गया है। प्रश्न उठ रहे कि किन्नू बचाया जा रहा है, कौन बचा रहा है, किरे कहन ते बचा रहे हैं। लेकिन दूजे पासे यह भी प्रश्न उठता है कि यह गल अज खुद कांग्रेस पार्टी च उठ रही है कि कैप्टन अमरिंदर सिंह की सरकार असफल AG नू एडवोकेट जनरल नू क्यों बचा रहे ने, किरे कहने ते बचा रहे ने, क्यों नहीं पेश होया और यह गल क्यों कह रहे हैं, कौन कह रहे? पंजाब दे एक राज्य सभा सांसद बाजवा साहब कह रहे हैं। पंजाब दे एक आम आदमी ने पूछो, कह रहे हैं कि कैप्टन साहब अपने राजनीतिक प्रतिद्वंदियों नू शिकस्त देने वास्ते अपनी अयोग्य टोली और पोलिटिकल मोटिवेटेड टोली, चाहे कुंवर विजय प्रताप होन तो चाहे नंदा साहब होन, उन्होंने बचाने वास्ते हथकंडे अपना रहे। मनना चाहिए कि गलती हुई है, मनना चाहिए कि पोलिटिकल मोटिवेटेड है,
ਮੰਨਣਾ ਚਾਹੀਦਾ ਹੈ ਕਿ ਜਿੰਨੀ ਸੀਰੀਅਸਲੀ ਇਹਨਾਂ ਬੇਅਦਬੀ ਦੇ ਮਸਲਿਆਂ ਨੂੰ ਲੈਣਾ ਸੀ, ਉਨੀ ਸੀਰੀਅਸਲੀ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨਹੀਂ ਲੈ ਪਾਈ। ਭਾਈ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਜਿਸ ਵੇਲੇ ਸਰਕਾਰ ਸੀ ਅਕਾਲੀ ਦਲ ਨਾਲ, ਉਸ ਸਰਕਾਰ ਨੂੰ ਬਦਨਾਮ ਕਰਨ ਵਾਸਤੇ ਇਹ ਸਾਰੀ ਜਿਹੜੀ ਸਾਜ਼ਿਸ਼ ਕੀਤੀ? ਐਸਾ ਕਿ ਇਹ ਅਦਾਲਤ 'ਚ ਵਿਸ਼ੇ ਬੇਅਦਬੀ ਹੋਈ ਹੈ, ਬੇਅਦਬੀ 'ਚ ਜਿਹੜਾ ਵੀ ਦੋਸ਼ੀ ਹੈ ਔਰ ਤੇ ਕਤਲ ਦਾ ਪਰਚਾ ਰਜਿਸਟਰਡ ਹੋਣਾ ਚਾਹੀਦਾ ਔਰ ਸਜ਼ਾਵਾਂ ਹੋਣੀਆਂ ਚਾਹੀਦੀਆਂ। ਉਧਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਇਸ ਮਾਮਲੇ ਦੇ ਵਿੱਚ ਪ੍ਰਤੀਕਰਮ ਦਿੱਤਾ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਕਹਿਣਾ ਹੈ ਕਿ ਇਸ ਮਾਮਲੇ ਦੇ ਵਿੱਚੋਂ ਕੋਈ ਬਹੁਤਾ ਕੁਝ ਨਹੀਂ ਬੋਲ ਸਕਦੇ ਕਿਉਂਕਿ ਇਸ ਮਾਮਲੇ ਦਾ ਸਿਆਸੀਕਰਨ ਹੋ ਚੁੱਕਿਆ ਤੇ ਇਸ ਕਰਕੇ ਇਸ ਮਾਮਲੇ ਦੇ ਵਿੱਚ ਕੁਝ ਵੀ ਬੋਲਣ ਤੋਂ ਉਹ ਕਤਰਾਉਂਦੇ ਨਜ਼ਰ ਆਏ ਨੇ। ਇਸ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਕਿਉਂਕਿ ਇਹ ਸਾਰੀਆਂ ਪੋਲੀਟੀਕਲ ਗੱਲਾਂ ਨੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਦਾ ਮਾਮਲਾ ਪੂਰਾ ਰਾਜਨੀਤਿਕ ਕਰਨ ਜਿਹੜਾ ਉਹ ਕਰ ਦਿੱਤਾ ਗਿਆ, ਇਸ ਕਰਕੇ ਮੈਂ ਇਹਦੇ ਤੇ ਕੋਈ ਟਿੱਪਣੀ। ਉਧਰ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਚਰਨਜੀਤ ਸਿੰਘ ਬਰਾੜ ਦੇ ਵੱਲੋਂ ਵੀ ਇਸ ਮਾਮਲੇ ਦੇ ਵਿੱਚ ਪ੍ਰਤੀਕਰਮ ਦਿੱਤਾ ਗਿਆ। ਉਹਨਾਂ ਨੇ ਕਾਗਜ਼ਾਤ ਲੈ ਕੇ ਇਸ ਮੌਕੇ ਦੇ ਉੱਤੇ ਸਬੂਤ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਨਾਲ ਦੀ ਨਾਲ ਉਹਨਾਂ ਨੇ ਵਿਰੋਧੀਆਂ ਦੇ ਉੱਤੇ ਤਿੱਖੇ ਪ੍ਰਤੀਕਰਮ ਦਿੱਤੇ ਨੇ। ਖਾਸ ਤੌਰ ਦੇ ਉੱਤੇ ਨਵਜੋਤ ਸਿੰਘ ਸਿੱਧੂ ਅਤੇ ਰਵਨੀਤ ਬਿੱਟੂ ਦੀ ਪ੍ਰੈਸ ਕਾਨਫਰੰਸ ਅਤੇ ਰਵਨੀਤ ਬਿੱਟੂ ਦੀ ਪਾਈ ਹੋਈ ਵੀਡੀਓ ਜ਼ਰੂਰ ਚਰਚਾਵਾਂ ਦਾ ਵਿਸ਼ਾ ਰਹੀ ਹੈ ਕਿ ਜਾਖੜ ਸਾਹਿਬ ਕਹਿ ਰਹੇ ਸੀ ਕਿ ਇਹਨਾਂ ਦੀ ਭਾਈਵਾਲਾਂ ਦੀ ਸਰਕਾਰ ਸੀ ਜੀ, ਸੀਬੀਆਈ ਤੋਂ ਲੇਟ ਕਰਾਤਾ। ਉਹ ਭਾਈ ਸੀਬੀਆਈ ਨੂੰ ਦਰਵਾਉਣ ਵਾਲੇ ਵੀ ਤੁਸੀਂ ਤੇ ਮਤੇ ਤੁਸੀਂ ਪਾ ਕੇ 10-10 ਮਹੀਨੇ ਤੁਸੀਂ ਚਿੱਠੀ ਨਾ ਲਿਖੋ ਸੀਬੀਆਈ ਨੂੰ, ਤੁਸੀਂ ਕੋਈ ਪੈਰਵਾਈ ਨਾ ਕਰੋ, ਕੋਈ ਤੁਹਾਡਾ ਜੱਜ ਪੈਰਵਾਈ ਨਾ ਕਰੇ ਤੇ ਤੁਸੀਂ ਕਹੋ ਵੀ ਇਹ ਡਿਲੇ ਅਸੀਂ ਕਰਦੇ। ਅਸੀਂ ਕਿਤੇ ਕੋਈ ਡਿਲੇ ਨਹੀਂ ਕਰਦੇ ਤੇ ਨਾ ਹੀ ਅੱਜ ਤੱਕ ਕੋਈ ਅਰਜ਼ੀ ਲਾਈ ਹੈ। ਪਹਿਲੀ ਗੱਲ ਇੱਕ ਗੱਲ ਸਪਸ਼ਟ ਕਰ ਦਈਏ, ਅਸੀਂ ਚਾਹੁੰਦੇ ਹਾਂ ਕਿ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਵੇ। ਆ ਜਸਟਿਸ ਰਣਜੀਤ ਸਿੰਘ ਕਮਿਸ਼ਨ ਤਾਂ ਤੁਹਾਡਾ ਸੀ। ਕੀ ਸਾਡੇ ਖਿਲਾਫ, ਬਾਦਲ ਪਰਿਵਾਰ ਦੇ ਖਿਲਾਫ, ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਕੋਈ ਇੱਕ ਸ਼ਬਦ ਲਿਖ ਸਕਿਆ? ਕਿਤੇ ਇੱਕ ਸ਼ਬਦ ਨਹੀਂ ਗਾ। ਜੇ ਸ਼ਬਦ ਲਿਖਿਆ ਹੁੰਦਾ ਤਾਂ ਤੁਸੀਂ ਅੱਜ ਨੂੰ ਟੰਗ ਦਿੰਦੇ ਫੜ ਕੇ। ਇਸ ਕਰਕੇ ਜਸਟਿਸ ਜੋਰਾ ਸਿੰਘ ਦੀ ਰਿਪੋਰਟ ਤੁਹਾਡੇ ਕੋਲੇ ਪਈ ਹੈ, ਜੇ ਕੋਈ ਉਹਦੇ 'ਚ ਸਾਡੇ ਖਿਲਾਫ ਲਿਖਿਆ ਤਾਂ ਉਹਨੂੰ ਚੱਕ ਲਓ। ਤੇ ਜਦੋਂ ਸਾਡੇ ਖਿਲਾਫ ਹੈ ਹੀ ਕੱਖ ਨਹੀਂ ਤੇ ਤੁਸੀਂ ਸਿੱਧੇ ਤੌਰ ਤੇ ਬਿੱਟੂ ਸਾਹਿਬ ਨਾਂ ਲੈ ਕੇ ਕਿਵੇਂ ਕਹਿ ਸਕਦੇ ਹੋ ਕਿ ਫਲਾਣੇ ਨੂੰ ਫੜ ਕੇ ਅੰਦਰ ਦਿਓ? ਤੁਸੀਂ ਜੱਜਾਂ ਤੋਂ ਵੀ ਉੱਤੇ ਹੋ ਗਏ ਹੋ, ਤੁਸੀਂ ਗੁਰੂ ਮਹਾਰਾਜ ਤੋਂ ਵੀ ਉੱਪਰ ਹੋ ਗਏ ਹੋ, ਤੁਸੀਂ ਆਪ ਖੁਦ ਸਜ਼ਾ ਦੇਣ ਵਾਲੇ ਬਣ ਗਏ ਹੋ। ਇਹ ਕਦੋਂ ਤੋਂ ਹੋ ਗਿਆ ਇਹ ਸਾਡੇ ਦੇਸ਼ ਦੇ ਵਿੱਚ ਕਾਨੂੰਨ ਕਿ ਕਾਂਗਰਸ ਦਾ ਇੱਕ ਐਮਪੀ ਉੱਠ ਕੇ ਕਵੇ ਫਲਾਣੇ ਨੂੰ ਫੜ ਕੇ ਅੰਦਰ ਦੇ ਦਿਓ, ਫਲਾਣੇ ਨੂੰ ਫੜ ਕੇ ਅੰਦਰ ਦੇ ਦਿਓ? ਇਸ ਕਰਕੇ ਬਿੱਟੂ ਸਾਹਿਬ ਇਹ ਨਹੀਂ ਚੱਲਣਾ। ਹਰ ਥਾਂ ਤੇ ਤੁਹਾਡੀ ਸਰਕਾਰ ਦੀਆਂ ਕਮਜ਼ੋਰੀਆਂ। ਉਧਰ ਕਿਸਾਨ ਅੰਦੋਲਨ ਨੂੰ ਲੈ ਕੇ ਵੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪ੍ਰਤੀਕਰਮ ਦਿੱਤਾ ਹੈ। ਗਿਆਨੀ ਹਰਪ੍ਰੀਤ ਸਿੰਘ ਦਾ ਕਹਿਣਾ ਸੀ ਕਿ ਜਿਸ ਤਰ੍ਹਾਂ ਬੀਤੇ ਦਿਨੋਂ ਘਟਨਾਵਾਂ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਬੇਸ਼ੱਕ ਕੋਰੋਨਾ ਦੇ ਵੱਧ ਰਹੇ ਆંકੜੇ ਹੋਣ ਜਾਂ ਫਿਰ ਕਿਸਾਨਾਂ ਦੇ ਪਾਏ ਹੋਏ ਤੰਬੂਆਂ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਹੋਣ, ਇਹ ਮੰਦਭਾਗੀਆਂ ਨੇ ਤੇ ਕਿਸਾਨ ਅੰਦੋਲਨ ਨੂੰ ਤਾਰਪੀਟੂ ਕਰਨ ਦੀ ਕੋਸ਼ਿਸ਼ ਵੀ ਹੋ ਸਕਦੀ ਹੈ। ਇਹੀ ਸਾਡੀ ਬਦਕਿਸਮਤੀ ਹੈ। ਤੁਹਾਨੂੰ ਜਿਹੜੀਆਂ ਰਿਪੋਰਟਾਂ ਹੈਗੀਆਂ ਉਹ ਸਿਹਤ ਮਾਹਰਾਂ ਵੱਲੋਂ ਮਿਲਣੀਆਂ ਚਾਹੀਦੀਆਂ ਤੇ ਮਿਲ ਸਰਕਾਰ ਵੱਲੋਂ ਰਹੀਆਂ। ਪਰ ਸਿਹਤ ਵਿਭਾਗ ਹੀ ਦਿੰਦਾ ਨਾ ਜੀ, ਆਪਣੀ ਰੈਲੀਆਂ ਕੱਢਣ ਦੀ ਹੈ ਜੀ ਤੇ ਇੱਥੇ ਕਹਿੰਦੇ ਕਿ ਉਹ ਸਾਰਾ ਕੁਝ ਹੋਈ ਜਾਂਦਾ ਜੀ। ਇੱਥੇ ਇਲੈਕਸ਼ਨ ਚੱਲੀ ਜਾਂਦੇ ਆ। ਇਹ ਦੋਹਰੇ ਮਾਪਦੰਡਾਂ ਕਰਕੇ ਸਰਕਾਰ ਦੀ ਭਰੋਸੇਯੋਗਤਾ ਜਿਹੜੀ ਹੈ ਉਹ ਕਿਤੇ ਨਾ ਕਿਤੇ ਲੋਕ ਮੰਨ ਨਹੀਂ ਰਹੇ। ਕਿਸਾਨਾਂ ਦੇ ਜਿਹੜੇ ਸੰਘਰਸ਼ ਨੂੰ ਤਾਰੋ-ਪੀੜ ਕੀਤਾ ਜਾ ਰਿਹਾ, ਇਹ ਵੀ ਇੱਕ ਕਾਰਨ ਹੋ ਸਕਦਾ ਹੈ। ਇਹ ਵੀ ਇੱਕ ਕਾਰਨ ਹੋ ਸਕਦਾ ਹੈ। ਸਿੰਘੂ ਬਾਰਡਰ ਦੇ ਉੱਤੇ ਕਦੀ ਟੈਂਟਾਂ ਦੇ ਉੱਤੇ ਹਮਲਾ, ਕਦੀ ਉਹਨਾਂ ਦੇ ਇਹ ਵੀ ਮੰਦਭਾਗਾ ਹੈ। ਹਮਲਾ ਕਰਨਾ, ਉਹਨਾਂ ਦੀ ਟੈਂਟ ਸਾੜਨੇ, ਉਹਨਾਂ ਦੀਆਂ ਜਿਹੜੀਆਂ ਰਹਿਣ ਬਸੇਰੇ ਸਾੜਨੇ, ਇਹ ਬੜੀ ਇੱਕ ਘਟੀਆ ਕਿਸਮ ਦੀ ਮੈਂ ਸਮਝਦਾ ਕਾਰਵਾਈ। ਉਧਰ ਬੀਤੇ ਦਿਨੀ ਚੰਡੀਗੜ੍ਹ ਦੇ ਵਿੱਚ ਬੀਤੀ ਸ਼ਾਮ ਤੋਂ ਹੀ ਵੀਕਐਂਡ ਲਾਕਡਾਊਨ ਦੀ ਸ਼ੁਰੂਆਤ ਹੋ ਚੁੱਕੀ ਹੈ। ਕੱਲ ਤੋਂ ਹੀ ਰਾਤ 10 ਵਜੇ ਤੋਂ ਚੰਡੀਗੜ੍ਹ ਦੇ ਵਿੱਚ ਸੁੰਨ ਛਾ ਗਈ ਸੀ ਕਿਉਂਕਿ 10 ਵਜੇ ਤੋਂ ਹੀ ਵੀਕਐਂਡ ਲਾਕਡਾਊਨ ਦੀ ਸ਼ੁਰੂਆਤ ਹੋ ਚੁੱਕੀ ਸੀ। ਇਹ ਵੀਕਐਂਡ ਲਾਕਡਾਊਨ 2 ਦਿਨਾਂ ਦਾ ਰਹਿਣਾ ਹੈ। ਸ਼ੁੱਕਰਵਾਰ ਸ਼ਾਮ 10 ਵਜੇ ਤੋਂ ਸੋਮਵਾਰ ਸਵੇਰੇ 5 ਵਜੇ ਤੱਕ ਇਹ ਪ੍ਰਭਾਵ ਦੇ ਵਿੱਚ ਰਿਹਾ ਕਰੇਗਾ ਵੀਕਐਂਡ ਲਾਕਡਾਊਨ, ਜਿਸ ਦੇ ਵਿੱਚ ਕਈ ਜ਼ਰੂਰੀ ਹਦਾਇਤਾਂ ਦਿੱਤੀਆਂ ਗਈਆਂ ਨੇ। ਜੇਕਰ ਤੁਸੀਂ ਇਸ ਵੀਕਐਂਡ ਲਾਕਡਾਊਨ ਦੇ ਦਰਮਿਆਨ ਸੜਕਾਂ ਦੇ ਉੱਤੇ ਨਜ਼ਰ ਆਉਂਦੇ ਹੋ ਤਾਂ ਤੁਹਾਡੇ ਉੱਤੇ ਚੰਡੀਗੜ੍ਹ ਪੁਲਿਸ ਕਾਰਵਾਈ ਕਰੇਗੀ ਤੇ ਤੁਹਾਨੂੰ ਮੋਟਾ ਫਾਈਨ ਵੀ ਭਰਨਾ ਪੈ ਸਕਦਾ ਹੈ। ਇਹ ਸਾਫ਼ ਕਰ ਦਿੱਤਾ ਗਿਆ ਹੈ ਪ੍ਰਸ਼ਾਸਨ ਦੇ ਵੱਲੋਂ। ਤੇ ਖਾਸ ਤੌਰ ਦੇ ਉੱਤੇ ਇਸ ਵੀਕਐਂਡ ਲਾਕਡਾਊਨ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਜਿਹੜਾ ਬੀਤੀ ਰਾਤ ਤੋਂ ਹੀ ਲਾਗੂ ਹੋ ਚੁੱਕਿਆ ਹੈ। ਇਹ ਸੋਮਵਾਰ ਸਵੇਰ ਦੇ 5 ਵਜੇ ਤੱਕ ਲਾਗੂ ਰਹਿਣਾ ਹੈ। ਚੰਡੀਗੜ੍ਹ ਦੇ ਵਿੱਚ ਕਈ ਤਰ੍ਹਾਂ ਦੀਆਂ ਪਾਬੰਦੀਆਂ ਵੀ ਲੱਗ ਚੁੱਕੀਆਂ ਨੇ, ਜਿਨ੍ਹਾਂ ਦੇ ਵਿੱਚ ਸਾਰੇ ਸਪਾ ਸੈਂਟਰ, ਜਿਮ 30 ਅਪ੍ਰੈਲ ਤੱਕ ਦੇ ਲਈ ਬੰਦ ਕਰ ਦਿੱਤੇ ਗਏ ਨੇ। ਇਸ ਦੇ ਨਾਲ ਹੀ ਕਈ ਤਰ੍ਹਾਂ ਦੇ ਸਮਾਜਿਕ, ਰਾਜਨੀਤਿਕ ਅਤੇ ਧਾਰਮਿਕ ਪ੍ਰੋਗਰਾਮਾਂ ਦੇ ਉੱਤੇ ਰੋਕ ਰਹੇਗੀ। ਚੰਡੀਗੜ੍ਹ ਰੇਲਵੇ ਸਟੇਸ਼ਨ, ਬੱਸ ਸਟੈਂਡ ਅਤੇ ਹਵਾਈ ਅੱਡੇ ਤੇ ਵਿਜ਼ਟਰ ਦੀ ਸਕਰੀਨਿੰਗ ਹੋਏਗੀ ਅਤੇ ਉਸ ਤੋਂ ਬਾਅਦ ਹੀ ਉਹਨਾਂ ਨੂੰ ਬਾਹਰ ਆਉਣ ਦਿੱਤਾ ਜਾਏਗਾ। ਤੇ ਨਾਲ ਹੀ ਸਿਨੇਮਾ ਹਾਲ 50% ਦਰਸ਼ਕਾਂ ਦੇ ਨਾਲ ਹੀ ਚੱਲਣਗੇ। ਇਸ ਦੇ ਨਾਲ ਹੀ ਸਾਰੇ ਸਰਕਾਰੀ ਦਫ਼ਤਰ 30 ਅਪ੍ਰੈਲ ਤੱਕ
50% ਦੀ ਸਮਰੱਥਾ ਨਾਲ ਹੀ ਕੰਮ ਕਰਨਗੇ। ਜਿਨ੍ਹਾਂ ਪ੍ਰੋਗਰਾਮਾਂ ਲਈ ਇਜਾਜ਼ਤ ਮਿਲੇਗੀ ਉਹਨਾਂ ਦੀ ਇਨਡੋਰ ਗਿਣਤੀ 50 ਲੋਕਾਂ ਦੀ ਅਤੇ ਆਊਟਡੋਰ ਗਿਣਤੀ 100 ਲੋਕਾਂ ਦੀ ਹੋਵੇਗੀ। ਚੰਡੀਗੜ੍ਹ ਵਿੱਚ ਸਾਰੀਆਂ ਬੱਸਾਂ 50% ਸਵਾਰੀਆਂ ਦੇ ਨਾਲ ਚੱਲਣਗੀਆਂ। ਚੰਡੀਗੜ੍ਹ ਦੇ ਵਿੱਚ ਲਾਇਬ੍ਰੇਰੀਆਂ, ਮਿਊਜ਼ੀਅਮ, ਕੋਚਿੰਗ ਸੈਂਟਰ ਬੰਦ ਕਰ ਦਿੱਤੇ ਗਏ ਨੇ। ਲੋਕਡਾਊਨ ਦੇ ਦੌਰਾਨ ਵੀ ਟੀਕਾਕਰਨ ਜਾਰੀ ਰਹੇਗਾ ਤੇ ਨਾਲ ਹੀ ਜ਼ਰੂਰੀ ਇਲਾਕਿਆਂ ਦੇ ਵਿੱਚ ਜਿਹੜੀ ਟ੍ਰੇਸਿੰਗ ਮੁਹਿੰਮ ਚਲਾਈ ਜਾਏਗੀ, ਉੱਥੇ ਟੀਕਾਕਰਨ ਮੁਹਿੰਮ ਨੂੰ ਵੀ ਤੇਜ਼ੀ ਦੇ ਨਾਲ ਅੱਗੇ ਵਧਾਇਆ ਜਾਏਗਾ। ਦੱਸ ਦਈਏ ਕਿ ਇਹ ਸਾਰੇ ਆਦੇਸ਼ 30 ਅਪ੍ਰੈਲ ਤੱਕ ਲਾਗੂ ਰਹਿਣਗੇ। ਉਧਰ ਰੂਪਨਗਰ ਦੇ ਵਿੱਚ ਇੱਕ ਸਮਾਜ ਸੇਵੀ ਸੰਸਥਾ ਦੇ ਵੱਲੋਂ ਖਾਸ ਤੌਰ ਦੇ ਉੱਤੇ ਸਰਕਾਰੀ ਨਿਯਮਾਂ ਦੇ ਅਨੁਸਾਰ ਸਰਕਾਰੀ ਹਦਾਇਤਾਂ ਤੋਂ ਬਾਅਦ ਇੱਕ ਕੋਰੋਨਾ ਵੈਕਸੀਨ ਦਾ ਟੀਕਾਕਰਨ ਕੈਂਪ ਲਗਵਾਇਆ ਗਿਆ, ਜਿਸ ਦੇ ਵਿੱਚ ਆਮ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਟੀਕਾਕਰਨ ਵੱਧ ਤੋਂ ਵੱਧ ਕਰਵਾਓ ਤਾਂ ਜੋ ਇਸ ਮਹਾਮਾਰੀ ਦੀ ਚੇਨ ਨੂੰ ਤੋੜਿਆ ਜਾਵੇ ਤੇ ਇਸ ਮਹਾਮਾਰੀ ਨੂੰ ਲੜਨ ਦੇ ਲਈ ਆਮ ਲੋਕ ਇਸ ਮਹਾਮਾਰੀ ਦੇ ਬਰਾਬਰ ਟੀਕਾਕਰਨ ਤੋਂ ਬਾਅਦ ਖੜ ਸਕਣ। ਅੱਜ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰੂਪਨਗਰ ਨੇ ਮਾਣਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ ਮੈਮ ਹਰਪ੍ਰੀਤ ਕੌਰ ਜੀਵਨ ਜੀ ਦੀ ਗਾਈਡੈਂਸ ਤੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਮੈਡਮ ਸੋਨਾਲੀ ਗਿਰੀ ਡਿਪਟੀ ਕਮਿਸ਼ਨਰ ਜੀ ਦੀ ਕੋਆਰਡੀਨੇਸ਼ਨ ਦੇ ਨਾਲ ਡਿਸਟ੍ਰਿਕਟ ਲੀਗਲ ਸਰਵਿਸਿਜ਼ ਅਥਾਰਟੀ ਦੇ ਫਰੰਟ ਆਫਿਸ ਵੈਕਸੀਨੇਸ਼ਨ ਡਰਾਈਵ ਸ਼ੁਰੂ ਕੀਤੀ ਹੈ। ਇਹਦੇ 'ਚ ਅਸੀਂ ਸਾਰੇ ਜੋ ਸਾਡੇ ਕੋਰਟ ਦੇ ਜੁਡੀਸ਼ੀਅਲ ਆਫਿਸਰਸ ਹੈ ਉਹਨਾਂ ਨੂੰ ਤੇ ਕੋਰਟ ਦਾ ਸਟਾਫ ਹੈ ਜਿਹੜਾ ਰਿਕੁਆਇਰਡ ਨੋਰਮਸ ਪੂਰੀਆਂ ਕਰਦਾ ਹੈ ਉਹਨਾਂ ਨੂੰ ਅੱਜ ਵੈਕਸੀਨੇਟ ਕਰਵਾ ਰਹੇ ਹਾਂ। ਤੇ ਇਸ ਤੋਂ ਇਲਾਵਾ ਐਡਵੋਕੇਟ ਸਾਹਿਬਾਨ ਜੋ ਡੇਲੀ ਕੋਰਟਸ ਦੇ ਵਿੱਚ ਪੇਸ਼ ਹੁੰਦੇ ਹੈ, ਲਿਟੀਗੈਂਟਸ ਦੇ ਨਾਲ ਉਹਨਾਂ ਦਾ ਰਾਬਤਾ ਰਹਿੰਦਾ ਹੈ ਰੋਜ਼ ਦਾ, ਉਹ ਸਾਰੇ ਜਿਵੇਂ ਰਿਸਕ 'ਤੇ ਹੈ ਤੇ ਇਸ ਲਈ ਉਹਨਾਂ ਸਾਰਿਆਂ ਨੂੰ ਸਾਡੇ ਵੱਲੋਂ ਸੱਦਾ ਹੈ ਵੀ ਉਹ ਸਾਡੇ ਆਫਿਸ 'ਚ ਆ ਕੇ ਅੱਜ ਵੈਕਸੀਨੇਟ ਆਪਣੇ ਆਪ ਨੂੰ ਜਿਹੜੀ ਕੋਵਿਡ-19 ਮਹਾਮਾਰੀ ਜਿਹਦੇ ਨਾਲ ਆਪਣਾ ਸਾਰਾ ਸੰਸਾਰ ਜੂਝ ਰਿਹਾ ਹੈ ਅੱਜ ਦੇ ਸਮੇਂ 'ਚ, ਉਹਦੀ ਵੈਕਸੀਨੇਸ਼ਨ ਦੀ ਡਰਾਈਵ ਚਲਾਈ ਹੈ। ਤੋ ਕਾਫੀ ਲੋਕਾਂ ਦਾ ਅੱਛਾ ਰਿਸਪੌਂਸ ਮਿਲ ਰਿਹਾ ਹੈ ਤੇ ਸਾਰੇ ਆਫਿਸਰਸ ਤੇ ਕੋਰਟ ਦਾ ਸਟਾਫ ਪਹਿਲਾਂ ਥੋੜ੍ਹਾ ਜਦੋਂ ਕੱਲ੍ਹ ਅਸੀਂ ਉਹਨਾਂ ਨਾਲ ਚਰਚਾ ਸ਼ੁਰੂ ਕੀਤੀ ਤੇ ਥੋੜ੍ਹੀ ਉਹਨਾਂ ਦੇ ਵਿੱਚ ਜ਼ਰੂਰ ਸੀ ਡਾਊਟ ਤੇ ਕੁਝ ਇੱਕ ਸਟਾਫ ਨਹੀਂ ਸੀ ਪਹਿਲ ਕਰ ਰਿਹਾ ਤੇ ਫਿਰ ਉਹਨਾਂ ਨੂੰ ਸਮਝਾਇਆ, ਉਹਨਾਂ ਨਾਲ ਗੱਲਬਾਤ ਕੀਤੀ ਵੀ ਵੈਕਸੀਨੇਸ਼ਨ ਦਾ ਫਾਇਦਾ ਹੀ ਫਾਇਦਾ ਹੈ, ਨੁਕਸਾਨ ਕੋਈ ਨਹੀਂ ਹੈ ਤੇ ਹੁਣ ਕਾਫੀ ਸਟਾਫ ਦਾ ਅੱਛਾ ਹੁੰਗਾਰਾ ਮਿਲ ਰਿਹਾ ਤੇ ਸਾਰੇ ਵੈਕਸੀਨੇਸ਼ਨ ਕਰਵਾ ਰਹੇ। ਪੰਜਾਬ ਇਸ ਵੇਲੇ ਦੇ ਵਿੱਚ ਫਿਲਹਾਲ ਲਈ ਇੰਨਾ ਹੀ। ਫਿਰ ਮੁੜ ਹਾਜ਼ਰ ਹੋਵਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ। ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ। ਬਹੁਤ ਬਹੁਤ ਧੰਨਵਾਦ।